हाँ जी, बिल्कुल आज़ाद लड़ी, आज़ाद जिहड़ा आपां कागज़ भरे आ, लोकां दी टिकट ते आपां इलैक्शन लड़ रहे आ। ये जिहड़ी इलैक्शन आ, ये सही और गलत दी इलैक्शन आ। लोकां ने फैसला करना कि नवां शहर सही सी या दिल्ली गलत आ। जीतने के बाद क्या आप समर्थन देंगे? देखो, आज ना मैं अपनी मर्जी से खड़ा हूँ, लोगों की मर्जी से खड़ा हूँ। कल को भगवान की कृपा होएगी, मुझे पूरा यकीन है कि आज 10,000 बंदा मेरे घर पे आया, एक एक बंदा भी अगर 4-4, 5-5 बंदे को पक्का करता तो 40-50 हज़ार वोट तो वही बन जाती है। तो ये भी फैसला लोग करेंगे आने वाले समय में कि नवां शहर किसके साथ जुड़ना चाहता, ये लोग फैसला करेंगे। मैं दिल से चाहता था कि चन्नी साहब अच्छा काम कर रहे हैं, वो इस सूबे के मुख्यमंत्री बने, पर अब क्योंकि लोगों का फैसला मुझे खड़ा करने का, इस करके आगे मुख्यमंत्री कौन बनेगा इसका फैसला भी लोग करेंगे, नवां शहर की जनता करेगी। ਤੁਹਾਡੇ ਘਰੋਂ ਇਹ ਬਾਰ-ਬਾਰ ਕਿਹਾ ਗਿਆ ਕਿ ਦਿੱਲੀ ਨਾਲ ਪੇਚਾ ਪੈ ਗਿਆ। ਹੁਣ ਤੁਸੀਂ ਮੰਨਦੇ ਹੋ ਕਿ ਦਿੱਲੀ ਨਾਲ ਪੇਚਾ ਪੈ ਗਿਆ? ਇਹ ਤਾਂ ਅਖਬਾਰਾਂ ਹੀ ਕਹਿੰਦੀਆਂ, ਮੈਂ ਤਾਂ ਕੁਝ ਨਹੀਂ ਕਹਿ ਰਿਹਾ ਯਾਰ। ਅਖਬਾਰਾਂ ਦੀ ਸਾਰੀ ਹੈਡਲਾਈਨ 'ਚ ਆ ਕਿ ਜੀ ਇੱਥੋਂ ਪੰਜਾਬ ਤੋਂ ਮੈਂ ਦੇਖੋ, ਮੈਂ ਇਸ ਮੌਕੇ ਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ, ਪੰਜਾਬ ਦੀ ਲੀਡਰਸ਼ਿਪ ਦਾ। ਮੈਂ ਐਵੇਂ ਕਹਾਂ, ਮੇਰਾ ਬਹੁਤ ਲੋਕਾਂ ਨੇ ਸਾਥ ਦਿੱਤਾ। ਮੈਂ ਉਹਨਾਂ ਦਾ, ਮੈਂ ਇੰਨਾ ਆਸਾਨ ਫਰਮੋਸ਼ ਇਨਸਾਨ ਨਹੀਂ, ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਇਸ ਸੌਖੀ ਘੜੀ 'ਚ ਮੇਰਾ ਸਾਥ ਦਿੱਤਾ। ਪਰ ਚਲੋ, ਉਹਨਾਂ ਦੀ ਨਹੀਂ ਪੇਸ਼ ਗਈ, ਹਰ ਇੱਕ ਬੰਦੇ ਦੀ ਨਹੀਂ ਪੇਸ਼ ਜਾਂਦੀ ਹੁੰਦੀ, ਉਹਨਾਂ ਨੇ ਆਪਣੇ ਵੱਲੋਂ ਐਫਰਟ ਪੂਰੇ ਰੱਖੇ। ਨਾਰਾਜ਼ਗੀ ਹੈ ਕਾਂਗਰਸ ਨਾਲ? ਨਹੀਂ, ਮੇਰੀ ਕੋਈ ਨਾਰਾਜ਼ਗੀ ਨਹੀਂ ਕਾਂਗਰਸ ਨਾਲ। ਮੈਂ ਖੁੱਲ੍ਹੇ ਦਿਲ ਵਾਲਾ ਇਨਸਾਨ ਹਾਂ। ਕਾਂਗਰਸ ਪਾਰਟੀ ਵਿੱਚ ਮੇਰੇ ਪਰਿਵਾਰ ਨੂੰ ਸੇਵਾ ਕਰਨ ਦਾ 60 ਸਾਲ ਤੋਂ ਮੌਕਾ ਮਿਲਿਆ। ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ 2010 'ਚ 2 ਵਾਰੀ ਕਾਂਗਰਸ ਨੇ ਸਾਨੂੰ ਟਿਕਟ ਦਿੱਤੀ ਆ। ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ 26 ਸਾਲ ਦੀ ਉਮਰ 'ਚ ਮੈਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ। ਅੱਜ ਉਹਨਾਂ ਨੂੰ ਕੁਝ ਕਾਰਨਾਂ ਕਰਕੇ ਇਹ ਫੈਸਲਾ ਲੈਣਾ ਪਿਆ। ਮੈਂ ਐਵੇਂ ਕਿਸੇ ਦਾ ਆਸਾਨ ਲੈ ਕੇ ਉਹਨੂੰ ਮੈਂ ਭੁਲਾ ਜਾਵਾਂ, ਉਹ ਕੋਈ ਗੱਲ ਬਹੁਤੀ ਚੰਗੀ ਨਹੀਂ। ਬਤੌਰ ਐਮਐਲਏ ਆਪਣੇ ਕੰਮ ਤੋਂ ਕਿੰਨੇ ਪ੍ਰਤੀਸ਼ਤ ਤੁਸੀਂ ਸੰਤੁਸ਼ਟ ਹੋ? ਇਹ ਲੋਕੀ ਫੈਸਲਾ ਕਰੋਗੇ, ਤੁਹਾਡੇ ਸਾਹਮਣੇ ਆ ਜਾਣਾ 20 ਦਿਨ 'ਚ, ਠੀਕ ਹੈ, 1 ਮਹੀਨੇ 'ਚ ਤੁਹਾਡੇ ਸਾਹਮਣੇ ਸਾਰੀ ਗੱਲ ਆ ਜਾਣੀ ਆ। ਹਾਂ, ਜਿੱਥੇ ਤੱਕ ਮੈਨੂੰ ਤੁਸੀਂ ਪੁੱਛਦੇ ਹੋ, ਮੈਂ ਜੋ ਮੇਰੇ ਹੱਥ ਬਸ ਸੀ, ਬਿਨਾਂ ਮੁੱਖ ਮੰਤਰੀ ਦੇ ਆਸ਼ੀਰਵਾਦ ਹੁੰਦੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਕੈਪਟਨ ਸਾਹਿਬ ਨਾਲ ਮੇਰੇ ਜਿਹੜੇ ਤਲੋਕਾਤ ਕੋਈ ਬਹੁਤੇ ਜ਼ਿਆਦਾ ਅੱਛੇ ਨਹੀਂ ਸੀ, ਪਰ ਉਹਦੇ ਬਾਵਜੂਦ ਮੇਰੇ ਜੋ ਮੇਰੇ ਹੱਥ ਬਸ ਸੀਗਾ ਮੈਂ ਕਰਨ ਦੀ ਕੋਸ਼ਿਸ਼ ਕੀਤੀ, ਔਰ ਆਉਣ ਵਾਲੇ ਸਮੇਂ 'ਚ ਵੀ ਜੋ ਇਲਾਕੇ ਦੀ ਡਿਵੈਲਪਮੈਂਟ ਲਈ ਮੈਨੂੰ ਕਰਨਾ ਪਊਗਾ ਮੈਂ ਬਿਲਕੁਲ ਕਰੂੰਗਾ। ਕਾਂਗਰਸ ਦੇ ਕੈਪਟਨ ਦੇ ਕੈਂਡੀਡੇਟ ਨੂੰ ਟਿਕਟ ਦੇ ਦਿੱਤਾ ਦੁਆਰਾ, ਪਹਿਲੇ ਉੱਥੋਂ ਮਿਲਿਆ पंजाब लोग कांग्रेस को मिला, फिर दोबारा कांग्रेस को मिल गया। देखो, इसका जवाब तो वही दे सकते हैं जिन्होंने काटी है। बाकी जितना आप लोगों से पता चल रहा है अखबारों से, सोशल मीडिया से, उसमें तो यही देखने को मिल रहा है कि शायद कोई यूपी कनेक्शन निकाला जा रहा है। बाकी अगर परफॉर्मेंस के बेस पे टिकट काटी होती तो फिर मेरे ख्याल से कईयों की कट हो जानी थी, मेरी तो बिल्कुल भी कट नहीं होनी थी। आपकी सीट पे बहुत विचार मंथन हुआ, लास्ट मोमेंट पे जो फैसला लिया गया है। चलो कोई बात नहीं, जो उन्होंने फैसला लिया है मैं उनका धन्यवाद करता हूँ। वो उनके कुछ सोच समझ के फैसला लिया होगा। ਲੋਕਾਂ ਵੱਲੋਂ ਜੋ ਸਮਰਥਨ ਮਿਲਿਆ ਤੁਹਾਨੂੰ ਅੱਜ, ਹਾਂਜੀ, ਕੇਂਦਰ ਦੀ ਕਾਰਗੁਜ਼ਾਰੀ ਦੇ ਵਿਰੋਧ ਦੇ ਵਿੱਚ ਹਲਕੇ ਦੇ ਲੋਕਾਂ ਵੱਲੋਂ ਜਿਹੜਾ ਤੁਹਾਨੂੰ ਸਮਰਥਨ ਮਿਲਿਆ ਉਹਦੇ ਬਾਰੇ ਕੀ ਕਹਿਣਾ? ਦੇਖੋ, ਗੱਲ ਇੱਦਾਂ ਹੈ ਜੀ, ਕੱਲ ਟਿਕਟ ਦਾ ਫੈਸਲਾ ਹੋਇਆ ਸੀ ਕਾਂਗਰਸ ਪਾਰਟੀ ਵੱਲੋਂ। ਮੇਰੇ ਵੱਲੋਂ ਕਿਸੇ ਨੂੰ ਵੀ, ਕਿਸੇ ਵੀ ਆਪਣੇ ਨਵਾਂ ਸ਼ਹਿਰ ਦੇ ਜਿਹੜੇ ਕਾਂਗਰਸ ਪਾਰਟੀ ਦਾ ਪਰਿਵਾਰ ਜਾਂ ਵਰਕਰ ਆ, ਕਿਸੇ ਨੂੰ ਵੀ ਕੋਠੀ ਨਹੀਂ ਬੁਲਾਇਆ ਗਿਆ ਸੀ। ਆਪਣੇ ਆਪ ਹੀ ਅਗਲਿਆਂ ਦੀ ਫੀਲਿੰਗ ਸੀਗੀ, ਉਹ ਆਪਣੇ ਆਪ ਆਏ। ਸਾਡੇ ਪ੍ਰਧਾਨ ਜੀ ਸ਼ਹਿਰ ਦੇ ਖੜੇ ਆ, ਰਾਹੋਂ ਤੋਂ ਪ੍ਰਧਾਨ ਜੀ ਪਿੱਛੇ ਖੜੇ ਆ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ, ਸਮਿਤੀ ਮੈਂਬਰ, ਸਾਰਿਆਂ ਨੇ ਆਪ ਆ ਕੇ ਵੋਲੰਟੀਅਰਲੀ ਜਿਸ ਪਾਰਟੀ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਸੀਗੇ ਉਸ ਤੋਂ ਉਹਨਾਂ ਨੇ ਅਸਤੀਫਾ ਦਿੱਤਾ। ਸੋ ਮੈਂ ਸਮਝਦਾ ਕਿ ਅੱਜ ਇਹ ਕੋਈ ਅੰਗਦ ਸਿੰਘ ਦੀ ਟਿਕਟ ਨਹੀਂ, ਨਵਾਂ ਸ਼ਹਿਰ ਦੇ ਜਿਹੜਾ ਕਾਂਗਰਸ ਵਰਕਰ ਆ ਉਹਨਾਂ ਦੀ ਟਿਕਟ ਕੱਟ ਹੋਈ। ਔਰ ਅੱਜ ਵੀ ਜਿਹੜੀ ਕੋਈ ਗੈਦਰਿੰਗ ਹੋਈ ਹੈ, ਕੋਠੀ ਮੀਟਿੰਗ ਹੋਈ ਸੀ, ਇਹ ਮੈਂ ਆਪਣੇ ਵੱਲੋਂ ਕਿਸੇ ਨੂੰ ਕੁਛ ਨਹੀਂ ਕਿਹਾ। ਲੋਕੀ ਆਪ ਜਿਹੜੇ ਇਕੱਠੇ ਹੋਏ ਆ, ਕੁਛ ਲੋਕਾਂ ਨੂੰ ਮੈਂ ਵੀ ਫੋਨ ਕੀਤਾ, ਪਰ ਜ਼ਿਆਦਾਤਰ ਲੋਕੀ ਆਪ ਹੀ ਇਕੱਠੇ ਹੋ ਕੇ ਆਏ ਸੀ। ਸਾਨੂੰ ਤਾਂ ਇੰਨੀ ਉਮੀਦ ਵੀ ਨਹੀਂ ਸੀ ਕਿ ਇੰਨੀ ਬੜੀ ਗਿਣਤੀ 'ਚ ਲਗਭਗ 10,000 ਬੰਦਾ ਜਿਹੜਾ ਅੱਜ ਕੋਠੀ ਵਿੱਚ ਆਇਆ। ਔਰ ਉਹਨਾਂ ਦੇ ਕਹਿਣ 'ਤੇ ਜਿਹੜਾ ਅੱਜ ਮੈਂ ਕਾਗਜ਼ ਰੱਖੇ ਆ। ਠੀਕ ਹੈ, ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ, ਪਰ ਜੇ ਨਵਾਂ ਸ਼ਹਿਰ ਦੇ ਲੋਕੀ ਮੈਨੂੰ ਟਿਕਟ ਦੇਣ ਲਈ ਤਿਆਰ ਆ ਤਾਂ ਮੈਂ ਨਵਾਂ ਸ਼ਹਿਰ ਦੇ ਲੋਕਾਂ ਵਾਸਤੇ ਇਲੈਕਸ਼ਨ ਲੜਨ ਲਈ ਵੀ ਤਿਆਰ। ਅੰਗਦ ਸਿੰਘ ਜੀ, ਲੋਕਾਂ ਦੇ ਵਿੱਚ ਕੀ ਮੁੱਦੇ ਲੈ ਕੇ ਜਾ ਰਹੇ ਹੋ? ਮੁੱਦਾ ਡਿਵੈਲਪਮੈਂਟ ਦਾ ਜੀ। ਅਕਸਰ ਇੱਕ ਚੁਣੇ ਹੋਏ ਨੁਮਾਇੰਦੇ ਦਾ ਜਿਹੜਾ ਫਰਜ਼ ਆ ਉਹ ਇਲਾਕੇ ਦੀ ਡਿਵੈਲਪਮੈਂਟ ਕਰਾਉਣਾ। ਅੱਜ ਮੇਰੇ ਵਿਰੋਧੀ, ਕਿਉਂਕਿ ਹੋਰ ਤਾਂ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ, ਕਦੀ ਰੇਲਵੇ ਰੋਡ ਦੀ ਗੱਲ ਕਰ ਲੈਂਦੇ, ਕਦੀ ਕਿਸੇ ਹੋਰ ਸੜਕ ਦੀ ਗੱਲ ਕਰ ਲੈਂਦੇ ਆ। ਮੈਂ ਤਾਂ ਉਹਨਾਂ ਨੂੰ ਇਹ ਸਵਾਲ ਪੁੱਛਦਾ ਹਾਂ ਕਿ ਜੇ 100 ਸੜਕਾਂ ਅੰਗਦ ਸਿੰਘ ਨੇ ਪਿਛਲੇ 5 ਸਾਲਾਂ 'ਚ ਬਣਵਾਈਆਂ ਤਾਂ ਉਹਦੇ ਜੇ ਕਿਸੇ ਇੱਕ ਦੋ 'ਚ ਕਮੀ ਰਹਿ ਵੀ ਗਈ, ਬਾਕੀ 98 ਹੀ ਦੇਖ ਲਓ ਜਾ ਕੇ।